It's been more than a month since I posted my video on Super Visa and you guys are asking very interesting question. मैं बहुत देर तो ट्राई कर रहा सी कि मैं नेक्स्ट वीडियो अपलोड करा बट आई वाज ऑन ए ब्यूटीफुल वेकेशन आफ्टर लॉन्ग टाइम एंड आई विश कि मेरे को ड्रोन ਜਾਂ GoPro ਹੁੰਦਾ ਤਾਂ ਸ਼ਾਟਸ ਬਹੁਤ ਵਧੀਆ ਕੈਪਚਰ ਹੋਣੇ ਸੀਗੇ। Let's hope for the best and starts this video। इस वीडियो 'ਚ ਆਪਾਂ ਡਿਸਕਸ ਕਰਾਂਗੇ ਸੁਪਰ ਵੀਜ਼ਾ ਨਾਲ ਰਿਲੇਟਡ ਕੁਐਸਚਨਸ। ਸਭ ਤੋਂ ਜ਼ਿਆਦਾ ਪੁੱਛਿਆ ਗਿਆ ਕੁਐਸਚਨ ਹੈ ਕਿ ਸੁਪਰ ਵੀਜ਼ਾ ਕਿੰਨੀ ਦੇਰ 'ਚ ਆ ਜਾਂਦਾ ਹੈ। ਵੈਸੇ ਤੇ ਆਪਾਂ ਨੂੰ ਅਫੀਸ਼ੀਅਲੀ ਪਤਾ ਲੱਗ ਹੀ ਜਾਂਦਾ ਹੈ ਬਟ ਆਈ ਹੈਵ ਸੀਨ ਬਹੁਤ ਸਾਰੇ ਕੇਸਿਸ 'ਚ ਐਵੇਂ ਹੁੰਦਾ ਕਿ ਨੋਰਮਲ ਰੀਜ਼ਨ ਤੇ ਵੀ ਵੀਜ਼ਾ 2 ਵੀਕਸ ਜਾਂ 1 ਮੰਥ 'ਚ ਆ ਜਾਂਦਾ ਹੈ ਤੇ ਵੈਰੀ ਸਟਰੋਂਗ ਰੀਜ਼ਨ ਤੇ ਵੀ ਵੀਜ਼ਾ 1 ਮੰਥ 2 ਮੰਥ ਜਾਂ 6 ਮੰਥ ਇਸ ਤੋਂ ਉੱਪਰ ਚੱਲ ਜਾਂਦਾ। ਆਈ ਹੈਵ ਆਲਸੋ ਚੈੱਕ ਕਿ IRCs ਦਾ ਸੌਫਟਵੇਅਰ ਆਟੋਮੇਟਡ ਹੈ ਜਾਂ ਮੈਨੂਅਲ ਹੈ। ਉਹ ਇੱਕ ਚਿਨੂਕ ਨੇਮ ਦਾ ਸੌਫਟਵੇਅਰ ਯੂਜ਼ ਕਰਦੇ ਆ। ਚਿਨੂਕ ਨੇਮ ਦਾ ਸੌਫਟਵੇਅਰ ਉਹਨਾਂ ਨੂੰ ਇਨਫੋਰਮੇਸ਼ਨ ਸੌਰਟ ਆਊਟ ਕਰਨ ਵਿਜ਼ੂਅਲ ਲੁੱਕ ਨੂੰ ਬੈਟਰ ਕਰਨ 'ਚ ਹੈਲਪ ਕਰਦਾ ਆ ਬਟ ਜੋ ਤੁਹਾਡੀ ਫਾਈਲ ਦਾ ਡਿਸੀਜਨ ਹੈ ਉਹ ਆਫਿਸਰ ਹੀ ਲੈਂਦਾ ਆ। ਐਂਡ ਆਲਸੋ ਵੀਜ਼ਾ ਦਾ ਅਪਰੂਵਲ ਤੇ ਰਿਜੈਕਸ਼ਨ ਡਿਪੈਂਡ ਕਰਦਾ ਕਿ ਤੁਸੀਂ IRCC ਦੇ ਆਫਿਸਰ ਨੂੰ ਕਿਸ ਤਰ੍ਹਾਂ ਸੈਟੀਸਫਾਈ ਕਰ ਰਹੇ ਹੋ। ਮੇਨਲੀ ਉਹ ਰਿਕੁਆਇਰਮੈਂਟਸ ਚੈੱਕ ਕਰਦੇ ਆ ਕਿ ਤੁਸੀਂ ਰਿਕੁਆਇਰਮੈਂਟ ਫੁੱਲਫਿਲ ਕਰ ਰਹੇ ਹੋ ਜਾਂ ਨਹੀਂ। ਨੈਕਸਟ ਕੁਐਸਚਨ ਹੈ ਡੂ ਵੀ ਨੀਡ ਅ ਸੈਪਰੇਟ ਅਕਾਊਂਟਸ ਫॉर ਬੋਥ ਪੇਰੈਂਟਸ। ਐਕਚੁਅਲੀ ਨਹੀਂ ਚਾਹੀਦੇ, ਇੱਕ ਅਕਾਊਂਟ ਹੀ ਇਨਫ ਆ। ਨੈਕਸਟ ਬਹੁਤ ਵਧੀਆ ਕੁਐਸਚਨ ਆ ਜਿਹੜਾ ਪਰਪਸ ਲਿਖਣਾ ਆ ਉਹਦੇ ਵਿੱਚ I ਤੋਂ ਸਟਾਰਟ ਕਰਨਾ ਜਾਂ she ਤੋਂ। ਇਹ ਸਾਰਾ ਸੈਕਸ਼ਨ ਪੇਰੈਂਟਸ ਦੇ ਪਰਸਪੈਕਟਿਵ ਤੋਂ ਆ ਤੇ ਇਹ I ਤੋਂ ਸਟਾਰਟ ਹੋਏਗਾ। ਠੀਕ ਹੈ। ਨੈਕਸਟ ਕੁਐਸਚਨ ਆ ਕਿ ਸਾਨੂੰ ਪੇਰੈਂਟਸ ਦੀਆਂ ਇੰਡੀਆ ਦੇ ਵਿੱਚ ਸਟਰੋਂਗ ਟਾਈਜ਼ ਸ਼ੋ ਕਰਨੀਆਂ ਆ। ਅਗਰ ਤੁਸੀਂ ਕਰਦੇ ਹੋ ਤਾਂ ਬਹੁਤ ਵਧੀਆ ਆ, ਤੁਹਾਨੂੰ ਕਰਨੀਆਂ ਚਾਹੀਦੀਆਂ ਆ। ਤੁਹਾਡੀ ਇੰਪਲੋਇਮੈਂਟ, ਤੁਹਾਡੀ ਪ੍ਰੋਪਰਟੀ, ਤੁਹਾਡੇ ਬਿਜ਼ਨੈਸਿਸ ਇਹ ਸਾਰੇ ਸਟਰੋਂਗ ਟਾਈਜ਼ 'ਚ ਆ ਜਾਂਦੇ ਆ। ਤੁਸੀਂ ਐਡੀਸ਼ਨਲ ਸੈਕਸ਼ਨ ਯੂਜ਼ ਕਰ ਸਕਦੇ ਹੋ ਆਪਣੇ ਡਾਕੂਮੈਂਟਸ ਅਪਲੋਡ ਕਰਨ ਲਈ। ਨੈਕਸਟ ਬਹੁਤ ਵਧੀਆ ਗੁੱਡ ਕੁਐਸਚਨ ਪੁੱਛਿਆ ਗਿਆ ਆ ਕਿ ਤੁਸੀਂ ਡੇਟਸ ਕੀ ਮੈਂਸ਼ਨ ਕਰੀਆਂ ਸੀਗੀਆਂ 6 ਮੰਥ ਤੋਂ ਬਿਲੋ ਸੀ ਜਾਂ ਜ਼ਿਆਦਾ ਸੀਗੀਆਂ। ਐਕਚੁਅਲੀ ਮੈਂ 6 ਮੰਥ ਹੀ ਫਿਲ ਕਰੀਆਂ ਸੀਗੀਆਂ। ਉਹਦੇ 2 ਰੀਜ਼ਨ ਸੀਗੇ ਕਿ ਇੱਕ ਤਾਂ ਮੇਰੀ ਮਮ ਡੈਡ ਦੀ ਗਵਰਨਮੈਂਟ ਜੌਬ ਸੀਗੀ, ਉਹਨਾਂ ਨੇ ਇੰਨੀ ਦੇਰ ਆਉਣਾ ਨਹੀਂ ਸੀਗਾ ਤਾਂ 6 ਮੰਥ ਫਿਲ ਕਰੀਆਂ। ਨੈਕਸਟ ਮੈਂ ਇੱਕ ਸੇਫ ਸਾਈਡ 'ਤੇ ਜਾਣ ਵਾਸਤੇ ਵੀ 6 ਮੰਥ ਚੂਜ਼ ਕਰੀਆਂ ਸੀਗੀਆਂ ਅਤੇ ਮੈਨੂੰ ਲੱਗਦਾ ਹੈ ਕਿ ਇੱਕ ਵਾਰ ਤੁਹਾਨੂੰ ਵੀਜ਼ਾ ਮਿਲ ਜਾਂਦਾ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਪਲਾਨ ਚੇਂਜ ਵੀ ਕਰ ਸਕਦੇ ਹੋ। ਤੁਸੀਂ 2 ਈਅਰ ਤੱਕ ਵੀ ਰਹਿ ਸਕਦੇ ਹੋ। ਨੈਕਸਟ ਕੁਐਸਚਨ ਆ ਕਿ ਆਪਾਂ ਸਾਈਜ਼ ਕਿੱਦਾਂ ਰਿਡਿਊਸ ਕਰ ਸਕਦੇ ਹਾਂ ਫਾਈਲ ਦਾ 2 MB ਤੱਕ। ਤੁਸੀਂ ਕੈਮਸਕੈਨ ਐਪ ਯੂਜ਼ ਕਰ ਸਕਦੇ ਹੋ। ਕੈਮਸਕੈਨ ਐਪ ਦੇ ਵਿੱਚ ਫਾਈਲ ਦਾ ਸਾਈਜ਼ ਰਿਡਿਊਸ ਵੀ ਹੋ ਜਾਂਦਾ ਤੇ ਉਹਦੀ ਬ੍ਰਾਈਟਨੈਸ ਵੀ ਇਨਕਰੀਜ਼ ਹੋ ਜਾਂਦੀ ਆ। ਠੀਕ ਹੈ। ਨੈਕਸਟ ਕੁਐਸਚਨ ਆ ਕਿ ਕੰਬਾਈਨ ਕਿੱਦਾਂ ਕਰਨੇ ਆ 2 ਪ੍ਰੂਫਸ ਇੱਕ ਫਾਈਲ ਦੇ ਵਿੱਚ। ਕੈਮਸਕੈਨ ਦੇ ਵਿੱਚ ਵੀ ਹੋ ਜਾਂਦੇ ਆ। ਤੁਸੀਂ ਗੂਗਲ ਡਾਕਸ ਟਰਾਈ ਕਰ ਸਕਦੇ ਹੋ। ਮੈਕ ਦੇ ਵਿੱਚ ਪੇਜਿਸ ਤੇ ਨੋਟਸ ਇਹ ਦੋਨੋਂ ਐਪਲੀਕੇਸ਼ਨਸ ਆ, ਤੁਸੀਂ ਇਹ ਯੂਜ਼ ਕਰ ਸਕਦੇ ਹੋ ਜਾਂ ਕੋਈ ਹੋਰ ਸੌਫਟਵੇਅਰ ਟਰਾਈ ਕਰ ਸਕਦੇ ਹੋ। ਠੀਕ ਹੈ। ਨੈਕਸਟ ਕੁਐਸਚਨ ਆ ਪ੍ਰੋਪਰਟੀ ਪ੍ਰੂਫ ਸ਼ੋ ਕਰਨੇ ਆ। ਐਕਚੁਅਲੀ ਇਹ ਮੈਂਸ਼ਨ ਨਹੀਂ ਹੈਗਾ ਬਟ ਸਟਰੋਂਗ ਟਾਈਜ਼ ਦੇ ਵਿੱਚ ਆ ਜਾਣਗੇ ਤੁਹਾਡਾ ਇਹ, ਤੁਸੀਂ ਸ਼ੋ ਕਰ ਸਕਦੇ ਹੋ। ਐਡੀਸ਼ਨਲ ਸੈਕਸ਼ਨ ਯੂਜ਼ ਕਰ ਸਕਦੇ ਹੋ ਅਗਰ ਤੁਸੀਂ ਕਰਨਾ ਚਾਹੁੰਦੇ ਹੋ। ਨੈਕਸਟ ਬਹੁਤ ਵਧੀਆ ਕੁਐਸਚਨ ਹੈ ਕਿ ਮੇਰੇ ਪੇਰੈਂਟਸ ਕੋਲ ਮੈਰਿਜ ਸਰਟੀਫਿਕੇਟ ਨਹੀਂ ਹੈਗਾ ਤਾਂ ਕੀ ਕੀਤਾ ਜਾਏ। ਤੁਸੀਂ ਨੋਟਰਾਈਜ਼ ਕਰਾ ਸਕਦੇ ਹੋ ਅਗਰ ਤੁਹਾਡੇ ਕੋਲ ਮੈਰਿਜ ਸਰਟੀਫਿਕੇਟ ਨਹੀਂ ਹੈਗਾ। ਮੇਰੇ ਪੇਰੈਂਟਸ ਕੋਲ ਵੀ ਨਹੀਂ ਸੀਗਾ, ਮੈਂ ਵੀ ਨੋਟਰਾਈਜ਼ ਕਰਾਉਣ ਦੀ ਟਰਾਈ ਕਰੀ ਬਟ ਡਿਲੇ ਬਹੁਤ ਹੋ ਰਿਹਾ ਸੀ ਤਾਂ ਮੈਂ ਫਿਰ ਇੱਕ ਰੀਜ਼ਨ ਮੈਂਸ਼ਨ ਕਰਤਾ ਸੀਗਾ ਕਿ ਮੇਰੇ ਕੋਲ ਕਿਉਂ ਨਹੀਂ ਹੈਗਾ ਐਂਡ ਤੁਸੀਂ ਦੇਖ ਲਓ ਤੁਹਾਡੀ ਵਿਸ਼ ਆ, ਕਰਾ ਲਓ ਤੇ ਬੈਟਰ ਆ। ਅਗਰ ਨਹੀਂ ਹੈਗਾ ਤਾਂ ਤੁਸੀਂ ਵੀ ਮੇਰੇ ਤਰ੍ਹਾਂ ਰੀਜ਼ਨ ਮੈਂਸ਼ਨ ਕਰ ਸਕਦੇ ਹੋ। ਨੈਕਸਟ ਕੁਐਸਚਨ ਆ ਫੰਡਸ ਕਿੰਨੇ ਚਾਹੀਦੇ ਆ ਤੇ ਕਿੰਨੀ ਅਮਾਊਂਟ ਵੈਲਿਡ ਹੈ। ਐਕਚੁਅਲੀ ਕੋਈ ਵੀ ਨੰਬਰ ਸਪੈਸੀਫਾਈ ਨਹੀਂ ਹੈਗਾ ਕਿ ਮਿਨੀਮਮ ਫੰਡਸ ਕਿੰਨੇ ਹੋਣੇ ਚਾਹੀਦੇ ਆ, ਮੈਕਸਿਮਮ ਫੰਡਸ ਕਿੰਨੇ ਹੋਣੇ ਚਾਹੀਦੇ ਆ। ਕੋਈ ਵੀ ਨੰਬਰ ਸਪੈਸੀਫਾਈ ਨਹੀਂ ਹੈਗਾ ਐਂਡ ਬਟ ਹਾਂ ਅਗਰ ਤੁਸੀਂ ਜ਼ਿਆਦਾ ਅਮਾਊਂਟ ਆਪਣੇ ਨਾਲ ਕੈਰੀ ਕਰਦੇ ਹੋ ਤਾਂ ਤੁਹਾਨੂੰ ਡਿਕਲੇਅਰ ਕਰਨੀ ਪੈ ਸਕਦੀ ਆ ਏਅਰਪੋਰਟਸ ਤੇ ਮੈਂ ਐਕਚੁਅਲੀ 10,000 ਫਿਲ ਕਰੇ ਸੀਗੇ। ਨੈਕਸਟ ਕੁਐਸਚਨ ਆ ਕਿ ਇਨਵੀਟੇਸ਼ਨ ਲੈਟਰ ਨੂੰ ਨੋਟਰਾਈਜ਼ ਕਰਾਉਣਾ ਹੈ ਜਾਂ ਹੋਰ ਕੋਈ ਡਾਕੂਮੈਂਟ ਨੋਟਰਾਈਜ਼ ਕਰਾਉਣੇ ਆ। ਮੈਂ ਐਕਚੁਅਲੀ ਨਹੀਂ ਕਰਾਏ ਸੀਗੇ, ਤੁਹਾਡੀ ਵਿਸ਼ ਆ ਤੁਸੀਂ ਕਰਾਉਣਾ ਚਾਹੁੰਦੇ ਹੋ ਕਿ ਨਹੀਂ। ਇੱਕ ਬਹੁਤ ਵਧੀਆ ਕੁਐਸਚਨ ਹੈ ਕਿ ਮੈਂ ਫੀਸ ਜਦੋਂ ਪੇ ਕਰ ਰਿਹਾ ਸੀਗਾ ਬੋਥ ਪੇਰੈਂਟਸ ਦੀ ਤਾਂ ਉੱਥੇ ਕੁਆਂਟੀਟੀ 1 ਆ ਰਹੀ ਹੈ। ਮੇਰੇ ਕੇਸ 'ਚ ਵੀ ਕੁਆਂਟੀਟੀ 1 ਨਹੀਂ ਆਈ ਸੀਗੀ ਬਟ ਜੋ ਫੀਸ ਦੀ ਟੋਟਲ ਅਮਾਊਂਟ ਸੀ ਉਹ 2% ਦੀ ਇਨਕਲੂਡਡ ਸੀਗੀ। ਪੇਰੈਂਟਸ ਦੀ ਸਾਈਟ ਤੋਂ ਸਟੇਟਮੈਂਟਸ ਸ਼ੋ ਕਰਨੀਆਂ ਫੰਡਸ ਦੀਆਂ ਤਾਂ ਐਕਚੁਅਲੀ ਨਹੀਂ ਕਰਨੀਆਂ, ਰਿਕੁਆਇਰਡ ਨਹੀਂ ਹੈਗੀਆਂ, ਸਿਰਫ ਅਮਾਊਂਟ ਹੀ ਫਿਲ ਕਰਨੀ ਆ। ਇੱਕ ਪੁੱਛ ਰਿਹਾ ਕਿ ਮੈਡੀਕਲ ਅਪਫਰੰਟ ਕਰਾਉਣਾ ਚਾਹੀਦਾ ਹੈ ਤੇ ਅਗਰ ਕਰਵਾਉਣ ਤੋਂ ਬਾਅਦ ਅਪਲੋਡ ਕਿੱਥੇ ਕਰਨਾ ਆ। ਮੈਡੀਕਲ ਅਪਫਰੰਟ ਕਰਾਉਣਾ ਬਹੁਤ ਵਧੀਆ ਆਪਸ਼ਨ ਹੈ, ਤੁਹਾਨੂੰ ਅਪਫਰੰਟ ਕਰਾਉਣਾ ਚਾਹੀਦਾ ਆ ਐਂਡ ਤੁਸੀਂ ਬਾਅਦ ਵਿੱਚ ਤੁਹਾਨੂੰ ਇੱਕ ਜਦੋਂ ਤੁਸੀਂ ਮੈਡੀਕਲ ਕਰਾ ਲੈਂਦੇ ਹੋ ਤੁਹਾਨੂੰ ਇੱਕ ਨੰਬਰ ਮਿਲਦਾ ਆ, ਉਹ ਨੰਬਰ ਤੁਸੀਂ ਅਪਲੋਡ ਕਰ ਦੇਣਾ ਆ, ਦੈਟਸ ਇਟ। ਤੇ ਅਗਰ ਤੁਸੀਂ ਆਪਣੇ ਮੈਡੀਕਲ ਦੇ ਰਿਜ਼ਲਟ ਤੋਂ ਸੈਟੀਸਫਾਈ ਨਹੀਂ ਹੈਗੇ ਤਾਂ ਤੁਸੀਂ ਕੰਪਲੇਂਟ ਵੀ ਕਰ ਸਕਦੇ ਹੋ। ਇੱਕ ਪੁੱਛ ਰਿਹਾ ਹੈ ਕਿ PR ਕਾਰਡ ਕਿੱਥੇ ਲਗਾਉਣਾ ਆ।
ਇਨਵੀਟੇਸ਼ਨ ਲੈਟਰ ਦੇ ਨਾਲ ਕਿਹੜੇ ਪ੍ਰੂਫਸ ਲਗਾਣੇ ਆ ਐਂਡ ਅਗਰ ਇਨਵੀਟੇਸ਼ਨ ਲੈਟਰ ਦੇ ਵਿੱਚ ਫੰਡਸ ਦਾ ਪ੍ਰੂਫ ਲਗਾਣਾ ਆ ਤਾਂ ਫੰਡਸ ਦਾ ਸੈਕਸ਼ਨ ਇੱਕ ਡਿਫਰੈਂਟ ਵੀ ਹੈਗਾ ਆ ਤੇ ਵਾਰ-ਵਾਰ ਕਿਉਂ ਕਰਨਾ ਆ। ਐਕਚੁਅਲੀ ਆਪਾਂ ਨੂੰ ਉੱਥੇ ਮੈਂਸ਼ਨ ਆ ਕਿ ਇਨਵੀਟੇਸ਼ਨ ਲੈਟਰ ਦੇ ਰਿਕੁਆਇਰਮੈਂਟਸ ਦੇ ਵਿੱਚ ਕਿ ਫੰਡਸ ਤੁਹਾਡੇ ਮਿਨੀਮਮ ਇਨਕਮ ਰਿਕੁਆਇਰਮੈਂਟਸ ਮੀਟ ਹੋਣੀਆਂ ਚਾਹੀਦੀਆਂ, ਇਸ ਕਰਕੇ ਆਪਾਂ ਫੰਡਸ ਦਾ ਪ੍ਰੂਫ ਲਗਾ ਰਹੇ ਹਾਂ। ਪੀਆਰ ਕਾਰਡ ਵੀ ਆਪਾਂ ਇਨਵੀਟੇਸ਼ਨ ਲੈਟਰ ਦੇ ਪ੍ਰੂਫ ਦੇ ਨਾਲ ਹੀ ਲਗਾ ਰਹੇ ਹਾਂ, ਇਹ ਤੁਸੀਂ ਕੰਬਾਈਨ ਕਰ ਲੈਣੇ ਆ ਇੱਕੋ ਫਾਈਲ ਦੇ ਵਿੱਚ। ਨੈਕਸਟ ਹੈ ਕਿ ਇੰਸ਼ੋਰੈਂਸ ਕਿੱਥੋਂ ਲਈ ਸੀ, ਇਹਦੇ ਬਾਰੇ ਦੱਸੋ। ਇੰਸ਼ੋਰੈਂਸ ਦੀ ਇੱਕ ਹੋਰ ਵੀ ਨਿਊਜ਼ ਚੱਲ ਰਹੀ ਹੈ, ਮੈਂ ਐਕਚੁਅਲੀ ਜ਼ਿਆਦਾ ਰੀਡ ਨਹੀਂ ਕਰਿਆ ਉਸ ਨੂੰ ਐਂਡ ਮੈਂ ਜੋ ਆਪਣੀ ਇੰਸ਼ੋਰੈਂਸ ਲਈ ਸੀ ਕਿ ਮੈਂ ਟਰੈਵਲੈਂਸ ਤੋਂ ਲਈ ਸੀ, ਉਹਨਾਂ ਦਾ ਇੱਕ ਪਲਾਨ ਸੀਗਾ। ਉਹ ਪਲਾਨ ਦੇ ਵਿੱਚ ਤੁਹਾਨੂੰ 2 ਮੰਥਸ ਦੀ ਤੁਸੀਂ ਫੀਸ ਪੇ ਕਰਨੀ ਆ ਤੇ ਉਹ ਤੁਹਾਨੂੰ 1 ਈਅਰ ਦੀ ਪੂਰੀ ਰਿਸਿਪਟ ਦੇ ਦਿੰਦੇ ਆ ਜੋ ਟੋਟਲੀ ਵੈਲਿਡ ਹੁੰਦੀ ਆ। ਉੱਥੇ ਲਿਖਿਆ ਹੁੰਦਾ ਕਿ ਤੁਹਾਡੀ ਇੰਸ਼ੋਰੈਂਸ ਇੰਨੀ ਦੇਰ ਨੂੰ ਸਟਾਰਟ ਹੋ ਰਹੀ ਹੈ, ਇੰਨੀ ਨੂੰ ਐਕਸਪਾਇਰ ਹੋ ਰਹੀ ਹੈ, ਪੂਰਾ 1 ਈਅਰ ਹੁੰਦਾ ਆ ਉਹਦੇ ਵਿੱਚ ਮੈਂਸ਼ਨ, ਤੇ ਉੱਥੇ ਲਿਖਿਆ ਹੁੰਦਾ ਕਿ ਤੁਸੀਂ ਪੂਰੀ ਫੀਸ ਪੇ ਕਰਤੀ ਹੈ ਜੋ ਸੈਟੀਸਫਾਈ ਕਰ ਰਹੀ ਹੈ ਮੇਰੇ ਅਕੋਰਡਿੰਗ ਸੁਪਰ ਵੀਜ਼ਾ ਦੀ ਰਿਕੁਆਇਰਮੈਂਟਸ ਨੂੰ। ਉਹ ਤੁਸੀਂ ਅਪਲੋਡ ਕਰ ਦੇਣਾ ਆ ਐਂਡ ਜਦੋਂ ਤੁਹਾਡੇ ਪੇਰੈਂਟਸ ਆਣਗੇ ਕੈਨੇਡਾ ਆਉਂਦੇ ਆ, ਉਸ ਤੋਂ ਬਾਅਦ ਉਹ ਤੁਸੀਂ ਫੋਨ ਕਰਕੇ ਉਹਨਾਂ ਨੂੰ ਦੱਸਣਾ ਹੈ ਕਿ ਮੇਰੇ ਪੇਰੈਂਟਸ ਆ ਗਏ, ਮੇਰੀ ਇੰਸ਼ੋਰੈਂਸ ਸਟਾਰਟ ਕਰ ਦਿਓ। ਫਿਰ ਉਹ ਮੰਥਲੀ ਸਟਾਰਟ ਕਰ ਦਿੰਦੇ, ਤੁਹਾਡੀ ਮੰਥਲੀ ਪੇਮੈਂਟਸ ਸਟਾਰਟ ਹੋ ਜਾਂਦੀਆਂ ਤੇ ਜਦੋਂ ਤੁਹਾਡੇ ਪੇਰੈਂਟਸ ਚਲੇ ਜਾਂਦੇ ਆ ਤਾਂ ਤੁਸੀਂ ਫਿਰ ਫੋਨ ਕਰਨਾ ਆ ਕਿ ਮੇਰੇ ਪੇਰੈਂਟਸ ਚਲੇ ਗਏ ਆ, ਮੇਰੀ ਮੰਥਲੀ ਇੰਸਟਾਲਮੈਂਟ ਹੁਣ ਤੁਸੀਂ ਸਟਾਪ ਕਰ ਦਿਓ ਜਾਂ ਐਂਡ ਕਰ ਦਿਓ, ਤੁਹਾਡੇ ਤੇ ਆ। ਜੋ ਤੁਸੀਂ ਐਂਡ ਕਰ ਲੈਂਦੇ ਹੋ ਆਪਣਾ ਉਹ ਵਾਲਾ ਪਲਾਨ ਤਾਂ ਤੁਹਾਨੂੰ 2 ਮੰਥਸ ਦਾ ਜੋ ਤੁਸੀਂ ਪਹਿਲਾਂ ਪੇ ਕਰਿਆ ਉਹ ਰਿਫੰਡ ਵੀ ਆ ਜਾਂਦਾ ਆ। ਨੈਕਸਟ ਕੁਐਸਚਨ ਹੈ ਐਪਲੀਕੇਸ਼ਨ ਦਾ ਪ੍ਰੋਸੈਸ ਕਿੱਦਾਂ ਚੈੱਕ ਕਰ ਸਕਦੇ ਆ। ਐਪਲੀਕੇਸ਼ਨ ਦਾ ਪ੍ਰੋਸੈਸ ਤੁਹਾਡੇ ਅਕਾਊਂਟ ਦੇ ਵਿੱਚ ਸਟੇਟਸ ਅਪਡੇਟ ਹੁੰਦੇ ਰਹਿੰਦੇ ਆ, ਉੱਥੇ ਤੁਸੀਂ ਦੇਖ ਸਕਦੇ ਹੋ। ਤੁਹਾਨੂੰ ਈਮੇਲਸ ਵੀ ਆਉਂਦੀਆਂ ਰਹਿੰਦੀਆਂ ਆ ਤੇ ਇੱਕ ਉੱਥੇ ਅਕਾਊਂਟਸ ਦੇ ਵਿੱਚ ਬਾਰ ਚੱਲਦੀ ਰਹਿੰਦੀ ਹੈ। ਉਹ ਬਾਰ ਐਕਚੁਅਲੀ ਕੁਝ ਵੀ ਇੰਡੀਕੇਸ਼ਨ ਨਹੀਂ ਦਿੰਦੀ ਕਿ ਫਾਈਲ ਕਿੱਥੇ ਪਹੁੰਚ ਗਈ ਹੈ, ਬਟ ਆਪਣੇ ਹੋਰ ਬਹੁਤ ਸਾਰੇ ਵਿੱਚ ਸੈਕਸ਼ਨ ਹੁੰਦੇ ਆ ਕਿ ਲਾਈਕ ਮੈਡੀਕਲ ਦਾ ਕੀ ਸਟੇਟਸ ਹੈ, ਬਾਇਓਮੈਟ੍ਰਿਕ ਦਾ ਕੀ ਸਟੇਟਸ ਹੈ, ਬੈਕਗਰਾਉਂਡ ਚੈੱਕ ਦਾ ਕੀ ਸਟੇਟਸ ਆ, ਉਹ ਅਪਡੇਟ ਹੁੰਦੇ ਰਹਿੰਦੇ ਆ, ਤੁਸੀਂ ਉਹ ਚੈੱਕ ਕਰਦੇ ਰਿਹਾ ਕਰੋ। ਨੈਕਸਟ ਪਾਸਪੋਰਟਸ ਬਾਰੇ ਪੁੱਛ ਰਹੇ ਆ ਕਿ ਸਟੈਂਪਿੰਗ ਨਾਲ ਰਿਲੇਟਡ ਕਿ ਸਟੈਂਪਿੰਗ ਦਾ ਕੀ ਪ੍ਰੋਸੈਸ ਆ, ਪਾਸਪੋਰਟ ਡ੍ਰੌਪ ਕਿੱਥੇ ਕਰਨੇ ਆ, ਉਹਦਾ ਕੀ ਪ੍ਰੋਸੈਸ ਆ। ਪਾਸਪੋਰਟ ਤੁਸੀਂ VFS ਡ੍ਰੌਪ ਕਰਕੇ ਆਣੇ ਆ ਮੈਨੂਅਲੀ, ਤੁਸੀਂ ਉਹਨਾਂ ਦੀ ਕੋਰੀਅਰ ਸਰਵਿਸ ਵੀ ਯੂਜ਼ ਕਰ ਸਕਦੇ ਹੋ। ਮੇਰੇ ਅਕੋਰਡਿੰਗ ਉਹਦੀ ਕੋਈ ਅਪਾਇੰਟਮੈਂਟ ਨਹੀਂ ਹੁੰਦੀ, ਤੁਸੀਂ ਡਾਇਰੈਕਟ ਜਾ ਸਕਦੇ ਹੋ ਤੇ ਜਦੋਂ ਤੁਹਾਡੇ ਸਟੈਂਪਿੰਗ ਡਨ ਹੋ ਜਾਂਦੀ ਹੈ ਤੁਹਾਨੂੰ ਫਿਰ ਕੰਫਰਮੇਸ਼ਨ ਆ ਜਾਂਦੀ ਹੈ, ਤੁਸੀਂ ਪਿਕ ਕਰ ਸਕਦੇ ਹੋ ਤੇ ਉਹਦੀ ਵੀ ਅਪਾਇੰਟਮੈਂਟ ਨਹੀਂ ਹੁੰਦੀ ਪਿਕ ਕਰਨ ਦੀ ਵੀ। ਜਨਰਲੀ 2-3 ਵੀਕਸ ਲੱਗ ਜਾਂਦੇ ਆ ਪ੍ਰੋਸੈਸ ਨੂੰ ਤੇ 30 ਡੇਜ਼ ਤੁਹਾਡੇ ਕੋਲ ਹੁੰਦੇ ਆ ਇਹ ਸਾਰੇ ਪ੍ਰੋਸੈਸ ਨੂੰ ਕੰਪਲੀਟ ਕਰਨ ਵਾਸਤੇ। ਇੱਕ ਪੁੱਛ ਰਿਹਾ ਕਿ NOC ਚਾਹੀਦੀ ਅਗਰ ਮੇਰੇ ਮਮ ਜਾਂ ਡੈਡ ਜੌਬ ਕਰ ਰਹੇ ਆ ਤਾਂ ਤੁਸੀਂ ਸਟਰੋਂਗ ਟਾਈਜ਼ ਸ਼ੋ ਕਰਨ ਵਾਸਤੇ ਇਹ ਚੀਜ਼ਾਂ ਯੂਜ਼ ਕਰ ਸਕਦੇ ਹੋ। ਐਡੀਸ਼ਨਲ ਸੈਕਸ਼ਨ ਹੁੰਦਾ ਹੈ ਇੱਕ ਆਪਣੇ ਕੋਲ ਡਾਕੂਮੈਂਟਸ ਦੇ ਵਿੱਚ, ਉਹ ਯੂਜ਼ ਕਰ ਸਕਦੇ ਹੋ। ਅਗਰ ਇਹ ਪੋਸੀਬਲ ਹੈ, ਈਜ਼ੀ ਹੈ ਤਾਂ ਯੂਜ਼ ਕਰਨੇ ਚਾਹੀਦੇ ਆ ਤੁਹਾਨੂੰ। ਇੱਕ ਪੁੱਛ ਰਿਹਾ ਕਿ ਬਾਇਓਮੈਟ੍ਰਿਕ ਦੀ ਫੀਸ ਮੈਂ ਆਲਰੇਡੀ ਡਨ ਕਰ ਚੁੱਕਾ, ਤਾਂ ਜਦੋਂ ਮੇਰੇ ਪੇਰੈਂਟਸ ਨੇ ਬਾਇਓਮੈਟ੍ਰਿਕ ਕਰਾਉਣ VFS ਜਾਣਾ ਆ ਉੱਥੇ ਉਹਨਾਂ ਨੂੰ ਕੋਈ ਫੀਸ ਪੇ ਕਰਨੀ ਹੈ ਜਾਂ ਨਹੀਂ। ਬਹੁਤ ਵਧੀਆ ਕੁਐਸਚਨ ਪੁੱਛਿਆ ਗਿਆ ਹੈ। ਐਕਚੁਅਲੀ ਹੋਰ ਫੀਸ ਨਹੀਂ ਹੁੰਦੀ ਬਟ ਉੱਥੇ ਤੁਹਾਨੂੰ ਕੁਝ ਸਰਵਿਸਿਸ ਆਫਰ ਕਰ ਦਿੱਤੀਆਂ ਜਾਂਦੀਆਂ, ਉਹ ਮਨਾ ਕਰ ਸਕਦੇ ਹੋ, ਮੈਂਡੇਟਰੀ ਨਹੀਂ ਹੁੰਦੀਆਂ ਤੇ ਇਟਸ ਅਪ ਟੂ ਯੂ ਐਂਡ ਤੁਸੀਂ ਲੈਣੀਆਂ ਚਾਹੁੰਦੇ ਹੋ ਕਿ ਨਹੀਂ। ਇੱਕ ਵੀ ਨੇ ਪੁੱਛਿਆ ਬਾਈ ਸਟਰੋਂਗ ਰੀਜ਼ਨ ਕੀ ਲਿਖੀਏ ਅਗਰ ਪੇਰੈਂਟਸ ਨੇ 1-2 ਸਾਲ ਵਾਸਤੇ ਰਹਿਣਾ ਹੈ ਨਹੀਂ। ਬਹੁਤ ਵਧੀਆ ਕੁਐਸਚਨ ਆ, ਇਹ ਸਾਰਿਆਂ ਦੇ ਥਾਟਸ ਦੇ ਵਿੱਚ ਆਉਂਦਾ ਵਾ, ਮੇਰੇ ਥਾਟਸ ਦੇ ਵਿੱਚ ਵੀ ਸੀਗਾ ਜਦੋਂ ਮੈਂ ਫਾਈਲ ਲਗਾਉਣ ਜਾ ਰਿਹਾ ਸੀਗਾ ਤੇ ਮੈਂ ਕੀ ਕਰਿਆ ਫੋਰ ਸੇਫ ਸਾਈਡ ਜਾਣ ਵਾਸਤੇ ਮੈਂ 6 ਮੰਥ ਡਿਊਰੇਸ਼ਨ ਫਿਲ ਕਰਤਾ ਸੀਗਾ। 6 ਮੰਥ ਇੱਕ ਮੈਨੂੰ ਜੈਨੂਇਨ ਜਿਹਾ ਪੀਰੀਅਡ ਲੱਗ ਰਿਹਾ ਸੀਗਾ ਬਟ ਮੇਰੀ ਵੀਜ਼ਾ ਕੈਟਾਗਰੀ ਸੁਪਰ ਵੀਜ਼ਾ ਹੀ ਸੀਗੀ। ਇੱਕ ਵਾਰ ਤੁਹਾਨੂੰ ਵੀਜ਼ਾ ਮਿਲ ਜਾਂਦਾ ਉਸ ਤੋਂ ਬਾਅਦ ਤੁਸੀਂ ਹੋਰ ਰਹਿਣ ਦਾ ਪਲਾਨ ਆਪਣਾ ਚੇਂਜ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਹੋਰ ਕੁਐਸਚਨਸ ਵੀ ਬਹੁਤ ਆ ਬਟ ਮੈਂ ਫਿਲਹਾਲ ਇੰਨੇ ਹੀ ਕਵਰ ਕਰ ਰਿਹਾ ਆ। ਤੇ ਜੇ ਤੁਸੀਂ ਟਿਕਟਸ ਤੇ $3,000-4,000 ਵਨ ਟਾਈਮ 'ਚ ਨਹੀਂ ਸਪੈਂਡ ਕਰ ਸਕਦੇ ਤਾਂ ਤੁਸੀਂ ਇੰਸਟਾਲਮੈਂਟ ਦੀ ਆਪਸ਼ਨ ਚੂਜ਼ ਕਰ ਸਕਦੇ ਹੋ। 에ਅਰ ਕੈਨੇਡਾ ਦੀ ਵੈਬਸਾਈਟ ਤੇ ਇਹ ਆਪਸ਼ਨ ਅਵੇਲੇਬਲ ਹੁੰਦੀ ਹੈ। 에ਅਰਪੋਰਟਸ ਤੇ ਵੀਲ ਚੇਅਰ ਦੀ ਆਪਸ਼ਨ ਵੀ ਅਵੇਲੇਬਲ ਹੁੰਦੀ ਹੈ, ਤੁਸੀਂ ਆਪਣੇ ਪੇਰੈਂਟਸ ਲਈ ਉਹ ਵੀ ਯੂਜ਼ ਕਰ ਸਕਦੇ ਹੋ। ਵਿੰਡੋ ਸੀਟ ਦੇ ਕੰਪੈਰੀਜ਼ਨ 'ਚ ਫਸਟ ਰੋ ਆਫ ਮਿਡਲ ਸੀਟਸ ਉਹ ਜ਼ਿਆਦਾ ਕੰਫਰਟੇਬਲ ਹੁੰਦੀਆਂ ਕਿਉਂਕਿ ਉੱਥੇ ਲੈਗ ਰੂਮ ਜ਼ਿਆਦਾ ਹੁੰਦਾ ਹੈ। ਤੇ ਬਹੁਤ ਇੰਪੋਰਟੈਂਟ ਗੱਲ, ਅਗਰ ਤੁਹਾਡੇ ਪੇਰੈਂਟਸ ਕੈਨੇਡਾ ਆ ਰਹੇ ਆ ਤਾਂ ਤੁਹਾਨੂੰ 72 ਆਵਰਸ ਪਹਿਲਾਂ ਅਰਾਈਵ ਕੈਨ ਐਪਲੀਕੇਸ਼ਨ ਤੇ ਆਪਣੀ ਇਨਫੋਰਮੇਸ਼ਨ ਫਿਲ ਕਰਨੀ ਹੁੰਦੀ ਹੈ। ਤੁਹਾਨੂੰ 에ਅਰਪੋਰਟ ਆਉਣ ਤੋਂ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ, ਨਹੀਂ ਤਾਂ ਤੁਹਾਡੇ 2-3 ਆਵਰਸ 에ਅਰਪੋਰਟ ਤੇ ਐਕਸਟਰਾ ਲੱਗ ਸਕਦੇ ਆ ਇਹ ਸਾਰੇ ਪ੍ਰੋਸੈਸ ਦੇ ਵਿੱਚ। ਹੈਪੀ ਟਰੈਵਲਿੰਗ, ਬੀ ਸੇਫ।